ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ। ਮੇਰੀ ਆਵਾਜ਼ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਚੁੱਕੀ ਗੁਰੂ ਰੂਪ ਸੰਗਤ ਜੀ, ਸਾਰੀ ਸੰਗਤ ਨੂੰ ਬੇਨਤੀ ਹੈ ਕਿ 1-2 ਮਿੰਟ ਦੇ ਵਿੱਚ ਅਸੀਂ ਕਲਾਸ ਸ਼ੁਰੂ ਕਰਾਂਗੇ। ਸਾਰੇ ਵਿਦਿਆਰਥੀ ਜਿਹੜੇ ਉਹ ਜੁੜ ਰਹੇ ਨੇ। ਤੋ ਸਿੱਖ ਰਹਿਤ ਮਰਜ਼ਾਦਾ ਦਾ ਜਿਹੜਾ ਅਗਲਾ ਪਾਠ ਅਸੀਂ ਸ਼ੁਰੂ ਕਰਨਾ ਹੈ, ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਕੋਲ ਜ਼ਰੂਰ ਨੋਟਬੁੱਕਾਂ ਜ਼ਰੂਰ ਰੱਖਿਆ ਕਰੋ। ਪੈਨ ਤੇ ਨੋਟਬੁੱਕ ਹੋਵੇ ਜਿਹਦੇ ਉੱਤੇ ਤੁਸੀਂ ਜੋ ਵੀ ਕੋਈ ਸਵਾਲ ਹੋਵੇ ਉਹ ਲਿਖ ਸਕਦੇ ਜੇ। ਤੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ, ਜਿੰਨੇ ਵੀ ਜੁੜ ਚੁੱਕੇ ਨੇ, ਕਿ ਉਹ ਆਪਣੇ ਕੋਲ ਜ਼ਰੂਰ ਇੱਕ ਨੋਟਬੁੱਕ ਤੇ ਨਾਲ ਪੈਨ ਜ਼ਰੂਰ ਰੱਖਣ, ਤਾਂ ਕਿ ਅੱਜ ਦਾ ਜਿਹੜਾ ਟੌਪਿਕ ਹੈ ਗੁਰਦੁਆਰਾ, ਉਹਦੇ ਉੱਤੇ ਅਸੀਂ ਵਿਚਾਰ ਕਰਨੀ ਹੈ। ਅਸੀਂ ਅੱਜ ਜਿਹੜੀ ਵਿਚਾਰ ਕਰਨੀ ਹੈ, ਸਭ ਤੋਂ ਪਹਿਲਾਂ ਅਸੀਂ ਵਿਚਾਰ ਕੀਤੀ ਸੀ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਸਿੱਖ ਦੀ ਤਾਰੀਫ। ਉਸ ਤੋਂ ਬਾਅਦ ਸ਼ਖਸੀ ਰਹਿਣੀ ਦੇ ਪਾਠ ਆਏ ਸਨ, 3 ਪਾਠ ਨਾਮ ਬਾਣੀ ਦਾ ਅਭਿਆਸ, ਗੁਰਮਤਿ ਦੀ ਰਹਿਣੀ ਤੇ ਸੇਵਾ। ਇਹ ਸਭ ਤੋਂ ਪਹਿਲਾਂ ਅਸੀਂ ਨਾਮ ਬਾਣੀ ਦਾ ਅਭਿਆਸ ਇਸ ਪਾਰਟ ਨੂੰ ਸ਼ੁਰੂ ਕੀਤਾ ਸੀ, ਇਸ ਭਾਗ ਨੂੰ ਅਸੀਂ ਸ਼ੁਰੂ ਕੀਤਾ ਸੀ। ਇਹਦੇ ਵਿੱਚ ਨਾਮ ਬਾਣੀ ਦੇ ਅਭਿਆਸ ਵਿੱਚ ਫਿਰ ਅੱਗੇ ਪਾਠ ਬਣੇ ਸਨ, 1 2 3 4 5 ਇਸ ਤਰ੍ਹਾਂ ਕਰਕੇ। ਇਹਦੇ ਵਿੱਚ ਪਹਿਲਾ ਅਸੀਂ ਅੰਮ੍ਰਿਤ ਵੇਲੇ ਦਾ ਲਿਆ ਸੀ, ਕਿਉਂਕਿ ਮੈਂ ਸਭ ਸੰਗਤਾਂ ਨੂੰ ਇਸ ਬਾਰੇ ਜਾਣੂ ਕਰਵਾ ਦੇਵਾਂ। ਪਹਿਲਾ ਅੰਮ੍ਰਿਤ ਵੇਲੇ ਦਾ, ਦੂਸਰਾ ਨਿਤਨੇਮ ਦਾ, ਉਸ ਤੋਂ ਬਾਅਦ ਤੀਜਾ ਜਿਹੜਾ ਸੀ ਅਰਦਾਸ ਦਾ। ਕੱਲ ਤੱਕ ਅਸੀਂ ਅਰਦਾਸ ਦੇ ਵਿਚਾਰ ਜਿਹੜੀ ਸੀ ਉਹ ਕਰ ਚੁੱਕੇ ਸਾਂ, ਤੇ ਅਰਦਾਸ ਤੋਂ ਬਾਅਦ ਚ ਇਹ ਚੌਥਾ ਪੁਆਇੰਟ ਆਉਂਦਾ। ਚੌਥੇ ਪੁਆਇੰਟ ਦੇ ਵਿੱਚ
ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ। ਫਿਰ ਸੁਣਿਓ, ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ। ਅਸੀਂ ਸਤ ਸੰਗਤ ਦੇ ਵਿੱਚ ਬੈਠ ਕੇ ਜਿਹੜਾ ਵਾ ਗੁਰਬਾਣੀ ਦਾ ਅਭਿਆਸ ਕਰਨਾ, ਕਿਉਂਕਿ ਸਤ ਸੰਗਤ ਦੇ ਵਿੱਚ ਗੁਰਬਾਣੀ ਦਾ ਅਭਿਆਸ ਕਰਨ ਦੇ ਨਾਲ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜੀ ਸੰਗਤ ਹੈ ਨਾ, ਇਹਦੀ ਬੜੀ ਵੱਡੀ ਮਹਾਨਤਾ ਹੈ। ਮਨੁੱਖ ਜਦੋਂ ਕਿਸੇ ਦੀ ਸੰਗਤ ਕਰਦਾ ਨਾ, ਤੇ ਉਸ ਸੰਗਤ ਦਾ ਇਹ ਪ੍ਰਭਾਵ फोटो आती है मेरे को दब गया कोई बट ਘਰ ਦੇ ਵਿੱਚ ਬੈਠਦੇ ਹਾਂ, ਘਰ ਦਾ ਮਾਹੌਲ, ਜੀਆਂ ਦੀ ਸਭ ਤੋਂ ਪਹਿਲਾਂ ਅਸੀਂ ਆਪਣੇ ਮਾਂ ਪਿਓ ਦੀ ਸੰਗਤ ਕਰਦੇ ਹਾਂ, ਮਾਤਾ ਪਿਤਾ ਤੋਂ ਬਾਅਦ ਚ ਆਪਣੇ ਪਰਿਵਾਰ ਦੀ ਸੰਗਤ ਕਰਦੇ ਹਾਂ, ਤੇ ਪਰਿਵਾਰ ਦੀ ਸੰਗਤ ਤੋਂ ਬਾਅਦ ਅਸੀਂ ਜਿਹੜਾ ਨਾ ਉਹ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਕਿ ਅਸੀਂ ਅੱਜ ਜਿਹੜੀ ਇਹ ਰਹਿਤ ਮਰਜ਼ਾਦਾ ਸਾਹਮਣੇ ਪੋਸਟਰ ਆ ਰਿਹਾ ਵਾ, ਇਸ ਤਰ੍ਹਾਂ ਹੀ ਪੜ੍ਹਨਾ ਪੈਣਾ। ਥੋੜਾ ਜਿਹਾ ਪ੍ਰੋਬਲਮ ਆ ਕਿ ਇਹ ਰੋਟੇਟ ਨਹੀਂ ਹੋ ਰਿਹਾ, ਸਿੱਧਾ ਨਹੀਂ ਹੋ ਰਿਹਾ ਪੋਸਟਰ, ਤੇ ਇਸ ਗੱਲ ਦੀ ਮਾਫੀ ਚਾਹੁੰਦੇ ਹਾਂ ਕਿ ਤੁਸੀਂ ਜ਼ਰੂਰ ਇਸ ਨੂੰ ਇਸੇ ਤਰ੍ਹਾਂ ਹੀ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ। ਕਿ ਸਾਧ ਸੰਗਤ ਦੇ ਵਿੱਚ ਜਿਹੜਾ ਪ੍ਰਭਾਵ, ਪਰਿਵਾਰ ਤੋਂ ਬਾਅਦ ਅਸੀਂ ਫਿਰ ਜਿਹੜਾ ਵਾ ਉਹ ਸੰਸਾਰ ਦੇ ਵਿੱਚ ਵਿਚਰਦੇ ਹਾਂ। ਜਦੋਂ ਘਰੋਂ ਨਿਕਲਦੇ ਹਾਂ ਤੇ ਸਕੂਲ, ਘਰ ਦੇ ਬਾਹਰਲੇ ਆਂਢੀ ਗੁਆਂਢੀ, ਘਰੋਂ ਬਾਹਰ ਜਿਹੜੇ ਛੋਟੇ ਛੋਟੇ ਥੜਿਆਂ ਦੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਉਹ ਬਜ਼ੁਰਗ, ਇਹ ਸਾਰੇ ਸਾਨੂੰ ਮਿਲਦੇ ਆ, ਤੇ ਉਹਨਾਂ ਦੀ ਜਿਹੜੀ ਸੰਗਤ ਦਾ ਜਿਹੜਾ ਨਾ ਉਹ ਸਾਡੇ ਉੱਤੇ ਬੜਾ ਅਸਰ ਹੁੰਦਾ। ਜੇ ਮਾੜੀ ਸੰਗਤ ਮਿਲ ਜਾਏ ਤੇ ਫਿਰ ਉਹ ਬੱਚੇ ਨੂੰ ਮਾੜੀ ਸੰਗਤ ਦੇ ਕਾਰਨ ਭੈੜੀ ਮੱਤ ਜਿਹੜੀ ਆ ਉਹ ਉਹਦੇ ਮਨ ਉੱਤੇ ਅਸਰ ਕਰਦੀ ਹੈ। ਜੇ ਇਹੀ ਬੱਚਾ ਚੰਗੀ ਸੰਗਤ ਵਿੱਚ ਜਾ ਕੇ ਬੈਠਦਾ ਏ ਤੇ ਉਹ ਚੰਗੀ ਸੰਗਤ ਦੇ ਵਿੱਚ ਬੈਠ ਕੇ ਜਿਹੜਾ ਵਾ ਉਹ ਚੰਗੇ ਗੁਣ ਜਿਹੜੇ ਉਹ ਧਾਰਨ ਕਰਦਾ। ਤੇ ਇਸ ਕਰਕੇ ਅੱਜ ਦੀ ਇਹ ਸਿੱਖ ਰਹਿਤ ਮਰਜ਼ਾਦਾ ਦੇ ਅੰਦਰ ਜਿਹੜਾ ਸਾਨੂੰ ਜ਼ਿਕਰ ਕੀਤਾ ਨਾ ਕਿ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ, ਗੁਰਬਾਣੀ, ਗੁਰੂ ਦੀ ਬਾਣੀ, ਤੇ ਗੁਰੂ ਦੀ ਬਾਣੀ ਸਤ ਸੰਗਤ ਬਾਰੇ ਕੀ ਆਖਦੀ ਹੈ ਕਿ ਸੰਗਤ ਕੈਸੀ ਹੋਣੀ ਚਾਹੀਦੀ ਹੈ ਗੁਰੂ ਦੀ ਬਾਣੀ। ਕਿਉਂਕਿ ਅਸੀਂ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਅਭਿਆਸ ਕਰਨਾ, ਤੇ ਇਹ ਵੀ ਪਤਾ ਹੋਣਾ ਚਾਹੀਦਾ ਨਾ ਕਿ ਸੰਗਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕਿਹੋ ਜਿਹੀ ਸੰਗਤ ਹੋਣੀ ਚਾਹੀਦੀ ਹੈ, ਜਿਸ ਸੰਗਤ ਦੇ ਵਿੱਚ ਬੈਠ ਕੇ ਅਸੀਂ ਜਿਹੜਾ ਵਾ ਵੱਧ ਤੋਂ ਵੱਧ ਗੁਰਬਾਣੀ ਦਾ ਲਾਭ ਲੈ ਸਕਦੇ ਹਾਂ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਸਤ ਸੰਗਤ ਕੈਸੀ ਜਾਣੀ ਹੈ। ਸਭ ਤੋਂ ਪਹਿਲਾਂ ਕੁਐਸਚਨ ਕੀਤਾ ਕਿ ਉਹ ਸਤ ਸੰਗਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਤੇ ਅੱਗੇ ਨਾਲ ਹੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਸੰਗਤ ਕਿਹੋ ਜਿਹੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਇੱਕ ਨਾਮ ਦੀ ਗੱਲ ਹੋਵੇ, ਜਿੱਥੇ ਇੱਕ ਦੀ ਆਰਾਧਨਾ ਹੋਵੇ। ਅਸੀਂ ਜਪਜੀ ਸਾਹਿਬ ਦੀ ਜਿਹੜੀ ਉਹ ਸੰਥਿਆ ਕਰ ਰਹੇ ਹਾਂ, ਉਹਦੇ ਵਿੱਚ ਵੀ ਸਭ ਤੋਂ ਪਹਿਲਾਂ ਇੱਕ ਓੰਕਾਰ ਦੀ ਗੱਲ ਕੀਤੀ ਹੈ, ਤੇ ਇੱਕ ਓੰਕਾਰ ਦੇ ਨਾਲ ਜੁੜਨਾ ਹੈ, ਤੇ ਇਹ ਕੇਵਲ ਚੰਗੀ ਸੰਗਤ ਦੇ ਵਿੱਚੋਂ ਹੀ ਮਿਲੇਗਾ। ਤੇ ਹੁਣ ਚੰਗੀ ਸੰਗਤ ਵਾਸਤੇ ਵੇਖੋ, ਕਈ ਵਾਰ ਅਸੀਂ ਆਪਣੇ ਘਰ ਤੋਂ ਬਾਹਰ ਨਿਕਲਦੇ ਹਾਂ ਤੇ ਚੰਗੇ ਪੁਰਸ਼ ਵੀ ਮਿਲਦੇ ਨੇ, ਮਾੜੇ ਵੀ ਮਿਲਦੇ ਨੇ, ਤੇ ਜਦੋਂ ਸਾਰੀ ਜਗ੍ਹਾ ਦੇ ਉੱਤੇ ਕਈ ਵਾਰ ਕਿਸੇ ਮਜਲਿਸ ਦੇ ਵਿੱਚ ਬੈਠੇ ਆ ਤੇ ਉੱਥੇ 10 ਬੰਦੇ ਜਿਹੜੇ ਉਹ ਚੰਗੀ ਮੱਤ ਵਾਲੇ ਹੁੰਦੇ ਨੇ, ਚੰਗੀਆਂ ਗੱਲਾਂ ਕਰਨ ਵਾਲੇ, 10 ਮਾੜੀ ਮੱਤ ਵਾਲੇ ਹੁੰਦੇ ਨੇ। ਹੁਣ ਉਸ ਮਜਲਿਸ ਦੇ ਵਿੱਚ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਭਾਈ ਇਹ ਸਾਰਿਆਂ ਨੇ ਗੁਰੂ ਵਾਲੀ ਹੀ ਗੱਲ ਕਰਨੀ ਹੈ, ਕਿਉਂਕਿ ਮਾੜੀ ਮੱਤ ਵਾਲੇ ਸਾਡੀ ਵਿਰੋਧਤਾ ਕਰਨਗੇ। ਗੁਰੂ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ, ਰਹਿਮਤ ਕੀਤੀ, ਤੇ ਸਾਡੇ ਵਾਸਤੇ ਇਸ ਸਤ ਸੰਗਤ ਵਾਸਤੇ ਇੱਕ ਥਾਂ ਸਥਾਪਿਤ ਕਰ ਦਿੱਤਾ, ਜਿਹਨੂੰ ਅਸੀਂ ਅੱਜ ਗੁਰਦੁਆਰਾ ਆਖਦੇ ਹਾਂ।
ਜਿਸ ਗੁਰਦੁਆਰੇ ਦੇ ਵਿੱਚ ਬੈਠ ਕੇ ਸਿੱਖ ਗੁਰਬਾਣੀ ਦਾ ਅਭਿਆਸ ਕਰ ਸਕਦਾ, ਜਿੱਥੇ ਮਾੜੀ ਮੱਤ ਵਾਲਾ ਕੋਈ ਨਹੀਂ, ਕੇਵਲ ਚੰਗੀ ਮੱਤ ਵਾਲੇ ਹੀ ਬੈਠਦੇ ਨੇ। ਜਿੱਥੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਇੱਥੇ ਚੰਗੀ ਮੱਤ ਵਾਲੇ ਆਉਂਦੇ ਨੇ ਤੇ ਇੱਥੋਂ ਸੋਝੀ ਲੈਂਦੇ ਨੇ। ਸੋਝੀ ਕਿਹਦੇ ਤੋਂ ਲੈਂਦੇ ਨੇ? ਗੁਰੂ ਦੇ ਕੋਲੋਂ, ਕਿਉਂਕਿ ਅਸਲ ਵਿੱਚ ਮਿੱਤਰ ਚੰਗੀ ਸੰਗਤ ਦੇਣ ਵਾਲਾ ਗੁਰੂ ਹੀ ਹੈ। ਇਸੇ ਕਰਕੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਵਾਜ਼ ਵੀ ਮਾਰੀ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਹੋ ਸੱਚੀ ਬਾਣੀ। ਆਵਾਜ਼ ਮਾਰ ਕੇ ਆਖਿਆ ਕਿ ਆ ਜਾਓ, ਇਕੱਠੇ ਹੋਵੋ ਤੇ ਗੁਰਬਾਣੀ ਗਾਵੋ। ਪਰ ਇੱਥੇ ਇੱਕ ਇਹ ਵੀ ਗੱਲ ਹੈ ਕਿ ਕੇਵਲ ਹਰ ਇੱਕ ਨੂੰ ਇਹ ਸੰਗਤ ਨਸੀਬ ਨਹੀਂ ਹੁੰਦੀ। ਜਿਨ੍ਹਾਂ ਦੇ ਕਰਮ ਚੰਗੇ ਨੇ, ਵਡਭਾਗੀ ਸਤ ਸੰਗਤ ਪਾਵੈ, ਭਾਗਹੀਣ ਭ੍ਰਮ ਝੂਟਾ ਖਾਵੈ। ਜਿਹਦੇ ਮਾੜੇ ਕਰਮ ਨੇ ਨਾ, ਜਿਹਦੇ ਉੱਤੇ ਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ, ਜਿਹਦੇ ਮਾੜੇ ਕਰਮ ਨੇ, ਉਹ ਝੂਟਾ ਹੀ ਖਾਂਦਾ। ਉਹ ਚਾਹੇ ਕਈ ਵਾਰ ਗੁਰਦੁਆਰੇ ਵਿੱਚ ਵੀ ਐਸੇ ਲੋਕ ਮਿਲ ਜਾਣਗੇ ਜਿਹੜੇ ਕੇਵਲ ਗੁਰੂ ਘਰ ਦੇ ਵਿੱਚ ਆਣ ਕੇ ਨੁਕਤਾਚੀਨੀਆਂ ਕਰਦੇ ਨੇ ਕਿ ਇਉਂ ਨਹੀਂ ਹੋਣਾ ਚਾਹੀਦਾ। ਆਪ ਨੂੰ ਸਮਝ ਨਹੀਂ ਹੈ, ਪਰ ਜਿਹੜਾ ਕੋਈ ਸਮਝਦਾਰ ਕਰ ਰਿਹਾ ਹੈ ਉਹਨੂੰ ਵੀ ਟੋਕਾ ਟਕਾਈ ਕਰਦੇ ਨੇ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਕਿ ਜਿਹੜਾ ਵੱਡਿਆਂ ਭਾਗਾਂ ਵਾਲਾ ਨਾ, ਵਡਭਾਗੀ ਸਤ ਸੰਗਤ ਪਾਵੈ। ਚੰਗਿਆਂ ਭਾਗਾਂ ਵਾਲਾ ਹੀ ਉਹ ਸਤ ਸੰਗਤ ਦੇ ਵਿੱਚ ਜੁੜ ਕੇ ਬੈਠਦਾ ਹੈ। ਬਾਕੀ ਜਿਹੜੇ ਨੇ ਉਹ ਬਿਨਾਂ ਭਾਗਾਂ ਤੋਂ ਇਸ ਸੰਸਾਰ ਦੇ ਉੱਤੇ ਚੋਟਾਂ ਖਾਂਦੇ ਨੇ, ਭਾਵ ਥਾਂ ਥਾਂ ਦੇ ਉੱਤੇ ਠੋਕਰਾਂ ਖਾਂਦੇ ਨੇ। ਉਹਨਾਂ ਨੂੰ ਚੰਗੀ ਮੱਤ ਵਾਲਾ, ਆਸਰੇ ਵਾਲਾ, ਚੰਗਾ ਸੱਜਣ ਕੋਈ ਨਹੀਂ ਮਿਲਦਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ। ਸੋ ਇਹ ਅੱਜ ਦਾ ਜਿਹੜਾ ਟੌਪਿਕ ਹੈ, ਮੈਂ ਜ਼ਿਆਦਾ ਕਥਾ ਵਿਚਾਰ ਵੱਲ ਨਾ ਜਾਵਾਂ, ਕਿਉਂਕਿ ਅਸੀਂ ਇਹਦੇ ਬਾਬਤ ਬਹੁਤ ਕੁਝ ਜਾਣਨਾ ਹੈ। ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ, ਤੇ ਇਹਦੇ ਵਿੱਚ ਪਹਿਲਾ ਜਿਹੜਾ ਹੈ ਉਹ ਗੁਰਦੁਆਰਾ। ਇਹਦੇ ਵਿੱਚ ਵੀ ਅੱਗੇ ਪਾਠ ਬਣੇ ਨੇ, ਤੇ ਗੁਰਦੁਆਰੇ ਵਿੱਚ ਕੀ ਹੋਣਾ ਚਾਹੀਦਾ ਹੈ, ਕੀ ਨਹੀਂ ਹੋਣਾ ਚਾਹੀਦਾ, ਕੀ ਕਰਨਾ ਚਾਹੀਦਾ ਸਿੱਖ ਨੂੰ। ਇੱਥੇ ਅਸੀਂ ਇਹ ਨਾ ਸਮਝੀਏ ਕਿ ਕੇਵਲ ਗ੍ਰੰਥੀ ਦਾ ਕੰਮ ਹੈ, ਗੁਰੂ ਘਰ ਦੇ ਵਜ਼ੀਰ ਦਾ ਕੰਮ ਹੈ ਕਿ ਉਹ ਜਿਹੜੀ ਪੂਰੀ ਮਰਿਆਦਾ ਨਿਭਾਉਣ। ਕਈ ਵਾਰ ਅਸੀਂ ਵੀ ਇਹਦੇ ਵਿੱਚ ਦੋਸ਼ੀ ਬਣਦੇ ਹਾਂ, ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਜੋ ਗੁਰੂ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ, ਤੇ ਅਸੀਂ ਆਣ ਕੇ ਫਿਰ ਗ੍ਰੰਥੀ ਨੂੰ ਜਿਹੜਾ ਵਾ ਉਹ ਆਣ ਕੇ ਬਾਰ-ਬਾਰ ਆਖਦੇ ਕਿ ਭਾਈ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ। ਜੋ ਸਾਡੀ ਮਰਜ਼ੀ ਹੈ ਉਹੀ ਉਹ ਹੋਣਾ ਚਾਹੀਦਾ। ਇਸ ਕਰਕੇ ਇਸ ਟੌਪਿਕ ਦੇ ਵਿੱਚ ਸਿੱਖ ਕੌਮ ਨੇ, ਸਿੱਖ ਪੰਥ ਨੇ ਇਹ ਗੁਰਦੁਆਰੇ ਦਾ ਇੱਕ ਹੈਡਿੰਗ ਇਹਦੇ ਵਿੱਚ ਜੋ ਕੁਝ ਹੋਣਾ ਚਾਹੀਦਾ ਗੁਰੂ ਘਰ ਦੇ ਵਿੱਚ ਉਹ ਤਾਕੀਦ ਕੀਤਾ ਹੈ। ਗੁਰਦੁਆਰੇ ਦੀ ਪਰਿਭਾਸ਼ਾ, ਇਹਦਾ ਆਰੰਭ ਕਰਨ ਤੋਂ ਪਹਿਲਾਂ ਮੈਂ ਪਰਿਭਾਸ਼ਾ ਜਿਹੜੀ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗਾ। ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਗੁਰਦੁਆਰਾ ਕੀ ਹੈ? ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ ਹੈ ਤੇ ਆਤਮਿਕ ਅਭਿਆਸੀਆਂ ਲਈ ਗਿਆਨ ਉਪਦੇਸ਼ਕ। ਫਿਰ ਸੁਣਿਓ, ਇਹਦੇ ਵਿੱਚ ਆ ਤੁਸੀਂ ਸਾਰੇ ਜੁੜ ਬੈਠੇ ਜੇ ਨਾ। ਅਸੀਂ ਇਹ ਨਾ ਸਮਝੀਏ ਕਿ ਅਸੀਂ ਸਿਆਣੇ ਆ, ਸਾਡੀ ਜਿਹੜਾ ਦਾੜਾ ਵਾ ਉਹ ਚਿੱਟਾ ਹੋ ਗਿਆ, ਸਾਡੀ ਉਮਰ ਵਡੇਰੀ ਹੈ। ਇੱਥੇ ਉਮਰ ਦਾ ਤਕਾਜ਼ਾ ਕੋਈ ਨਹੀਂ। ਗੁਰਦੁਆਰਾ ਹਮੇਸ਼ਾ ਵਿਦਿਆਰਥੀਆਂ ਲਈ ਸਕੂਲ ਹੀ ਰਿਹਾ, ਤੇ ਜਿਹੜਾ ਸਿੱਖਣ ਵਾਸਤੇ ਆਉਂਦਾ, ਸਿਖਿਆਰਥੀ ਬਣ ਕੇ ਆਉਂਦਾ, ਮਿਲਦਾ ਉਹਨੂੰ ਹੀ ਆ। ਜਿੱਦਾਂ ਬਚਪਨ ਵਿੱਚ ਅਸੀਂ ਸਕੂਲ ਜਾਂਦੇ ਸੀ ਨਾ, ਤੇ ਜਿਹੜੇ ਸਕੂਲ ਵਿੱਚ ਵਿਦਿਆਰਥੀ ਪੜ੍ਹਨ ਦੀ ਲਾਲਸਾ ਵਾਸਤੇ ਆਉਂਦੇ ਸੀ, ਅਸੀਂ ਪੜ੍ਹਨਾ, ਪੜ੍ਹ ਕੇ ਅਸੀਂ ਜਿਹੜਾ ਵਾ ਉਹ ਗਿਆਨ ਹਾਸਲ ਕਰਨਾ, ਉਹ ਕੁਝ ਲੈ ਜਾਂਦੇ ਸਨ। ਜਿਹੜੇ ਸ਼ਰਾਰਤਾਂ ਵੱਲ ਆਣ ਕੇ ਨਾ, ਸ਼ਰਾਰਤਾਂ ਕਰਨੀਆਂ, ਕਿਸੇ ਨੂੰ ਕਦੀ ਕੁਛ ਕਦੀ ਕੁਛ, ਮਤਲਬ ਉਹਨਾਂ ਦਾ ਧਿਆਨ ਬਖੇੜਨਾ, ਉਹ ਲੈ ਕੇ ਕੁਝ ਨਹੀਂ ਸੀ ਜਾਂਦੇ, ਆਪਣੀ ਜ਼ਿੰਦਗੀ ਜਿਹੜੀ ਸੀ ਉਹ ਬਰਬਾਦ ਕਰ ਲੈਂਦੇ ਸੀ। ਇਸੇ ਤਰ੍ਹਾਂ ਇਹ ਗੁਰਦੁਆਰਾ ਜਿਹੜਾ ਵਾ ਇਹ ਵਿਦਿਆਰਥੀਆਂ ਲਈ ਸਕੂਲ ਹੈ, ਪਰ ਜਿਹੜਾ ਵਿਦਿਆਰਥੀ, ਸਟੂਡੈਂਟ ਜਾਂ ਜਿਹੜਾ ਸਿਖਿਆਰਥੀ ਬਣ ਕੇ ਆਵੇਗਾ ਉਹਦੇ ਵਾਸਤੇ। ਤੇ ਆਤਮਿਕ ਅਭਿਆਸੀਆਂ ਲਈ ਗਿਆਨ ਉਪਦੇਸ਼ਕ, ਜਿਹੜੇ ਆਤਮਿਕ ਅਭਿਆਸ ਕਰਨ ਆਉਂਦੇ ਨੇ, ਭਾਵ ਗੁਰਬਾਣੀ ਪੜ੍ਹ ਕੇ ਆਪਣੀ ਆਤਮਾ ਨੂੰ ਬਲਵਾਨ ਬਣਾਉਣ ਵਾਸਤੇ। ਇੱਕ ਕੇਵਲ ਗਿਆਨ ਲੈਣ ਵਾਸਤੇ ਆਉਂਦੇ ਨੇ, ਗਿਆਨੀ ਵੀ ਬੜੇ ਨੇ ਸਾਡੇ,
ਜਿਹੜੇ ਗਿਆਨ ਹੀ ਲੈ ਕੇ ਤੇ ਹੁਣ ਉਹ ਹਵਾ 'ਚ ਜਿਹੜੇ ਵੱਟੇ ਛੱਡਦੇ ਪਏ ਨੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਗੁਰੂ ਪਾਤਸ਼ਾਹ ਜੀ ਨੇ ਆਹ ਕਿਹਾ ਸੀ, ਆਹ ਹੋ ਗਿਆ। ਇਹ ਬੜਾ ਕੁਝ ਜਿਹੜਾ ਵਾ ਸਾਨੂੰ ਸੁਣਨ ਨੂੰ ਮਿਲਦਾ। ਮੈਂ ਇਸ ਗੱਲ ਵੱਲ ਨਾ ਜਾਵਾਂ। ਗੁਰੂ ਪਾਤਸ਼ਾਹ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਗੁਰਦੁਆਰਾ ਜਿਹੜਾ ਵਾ ਉਹ ਆਤਮਿਕ ਅਭਿਆਸੀਆਂ ਲਈ ਜਿਹੜਾ ਵਾ ਗਿਆਨ ਉਪਦੇਸ਼ਕ ਹੈ ਤੇ ਰੋਗੀਆਂ ਲਈ ਸਫਾਖਾਨਾ ਦੇ ਵਿੱਚ ਆਉਣਾ ਸਾਰਾ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ। ਸਫਾਖਾਨਾ ਭਰਾ ਦਵਾਖਾਨਾ ਮੈਡੀਕਲ ਸਹੂਲਤ, ਜਿੱਦਾਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਡਿਸਪੈਂਸਰੀਆਂ ਗੁਰੂ ਘਰਾਂ ਦੇ ਵਿੱਚ ਖੋਲੀਆਂ ਨੇ ਛੋਟੀਆਂ ਛੋਟੀਆਂ। ਲੋੜ ਅਨੁਸਾਰ ਹਰ ਗੁਰਦੁਆਰੇ ਵਿੱਚ ਜਿਹੜਾ ਵਾ ਉਹ ਦਵਾਈ ਦਾ ਪ੍ਰਬੰਧ ਹੋਣਾ ਚਾਹੀਦਾ। ਇਹ ਜ਼ਰੂਰੀ ਹੈ। ਕੋਈ ਵੀ ਨਾਮ ਅਭਿਆਸੀ ਸਿੱਖਣ ਵਾਸਤੇ ਸਿਖਿਆਰਥੀ ਕੋਈ ਆਣ ਕੇ ਬੈਠਦਾ ਹੈ, ਕੋਈ ਸ਼ਰਨਾਰਥੀ ਆਉਂਦਾ ਹੈ ਤੇ ਜੇ ਉਹ ਬਿਮਾਰ ਹੁੰਦਾ ਤੇ ਉਹਦੇ ਵਾਸਤੇ ਮੈਡੀਕਲ ਸਹੂਲਤ ਬਹੁਤ ਜ਼ਰੂਰੀ ਹੈ। ਇਸ ਤੋਂ ਅੱਗੇ ਭੁੱਖਿਆਂ ਲਈ ਅੰਨਪੂਰਣਾ, ਭਾਵ ਜਿਹੜੇ ਭੁੱਖੇ ਆਉਂਦੇ ਨੇ, ਕਈ ਵਾਰ ਅਸੀਂ ਨਾ ਲੋੜਵੰਦ ਕੋਈ ਆਏ ਪ੍ਰਸ਼ਾਦਾ ਛਕਣ ਤੇ ਅਸੀਂ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਹਾਂ। ਪਰ ਕੋਈ ਆਪਣਾ ਸੱਜਣ ਹੋਵੇ ਨਾ, ਉਹਨੂੰ ਖਿੱਚ ਖਿੱਚ ਲਿਆਉਂਦੇ ਆ, ਭਾਈ ਛਕ ਲਾ। ਉਹ ਪਹਿਲਾਂ ਹੀ ਰੱਜਿਆ ਹੁੰਦਾ, ਹੋਰ ਅਸੀਂ ਉਹਨੂੰ ਰਜਾਉਂਦੇ ਹਾਂ ਕਿ ਲੈ ਭਾਈ ਹੋਰ ਛਕ, ਕਿਉਂਕਿ ਉੱਥੇ ਮੇਰੀ ਵਡਿਆਈ ਹੋਣੀ ਹੈ। ਤੇ ਭਾਈ ਕਾਹਨ ਸਿੰਘ ਜੀ ਨਾਭਾ ਆਖਦੇ ਨੇ ਕਿ ਨਹੀਂ, ਇੱਥੇ ਤੇ ਜਿਹੜੇ ਸ਼ਰਨਾਰਥੀ, ਜਿਹੜੇ ਭੁੱਖੇ ਨੇ, ਜਿਹੜੇ ਲੋੜਵੰਦ ਨੇ, ਉਹਨਾਂ ਵਾਸਤੇ ਜਿਹੜਾ ਵਾ ਇੱਥੇ ਲੰਗਰ ਜਿਹੜਾ ਵਾ ਉਹ ਮੌਜੂਦ ਹੋਣਾ ਚਾਹੀਦਾ। ਭੁੱਖਿਆਂ ਲਈ ਅੰਨਪੂਰਣਾ ਭਾਵ ਲੰਗਰ ਜ਼ਰੂਰੀ ਹੈ। ਤੇ ਸਭ ਤੋਂ ਵੱਡੀ ਗੱਲ ਹੈ, ਇੱਥੇ ਇਸਤਰੀ ਦੀ ਪੱਖ ਰੱਖਣ ਲਈ ਲੋਹਮਈ ਦੁਰਗ ਇਸਤਰੀਆਂ ਆਉਂਦੀਆਂ ਨੇ, ਸਾਡੀਆਂ ਧੀਆਂ ਭੈਣਾਂ ਆਉਂਦੀਆਂ ਨੇ, ਉਹਨਾਂ ਦੀ ਇੱਜ਼ਤ ਜਿਹੜੀ ਹੈ ਇੱਥੇ ਬਰਕਰਾਰ ਰੱਖੀ ਜਾਂਦੀ ਹੈ। ਇੱਥੇ ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਨ ਇਸਤਰੀ ਸੂਰਤ ਹੋਈ, ਰਹਿਤਵੰਤ ਸਿੰਘ ਹੈ ਸੋਈ। ਇਸ ਤੋਂ ਅੱਗੇ ਮੁਸਾਫਰਾਂ ਲਈ ਵਿਸ਼ਰਾਮ ਦਾ ਸਥਾਨ, ਜਿਹੜੇ ਮੁਸਾਫਰ ਆਉਂਦੇ ਨੇ, ਲੋੜਵੰਦ ਜਦੋਂ ਦੂਰੋਂ ਦੁਰਾਡੇ ਆਉਂਦੇ ਨੇ, ਉਹ ਉਹਨਾਂ ਵਾਸਤੇ ਜਿਹੜਾ ਨਾ, ਜਦੋਂ ਵੀ ਕੋਈ ਮੁਸਾਫਰ ਆਉਂਦਾ ਤੇ ਅਸੀਂ ਜ਼ਿਆਦਾਤਰ ਕੀ ਕਰਦੇ ਹਾਂ, ਲੋੜਵੰਦ ਨੂੰ ਅਸੀਂ ਕਮਰਾ ਨਹੀਂ ਦਿੰਦੇ, ਰਿਹਾਇਸ਼ ਨਹੀਂ ਦਿੰਦੇ। ਜ਼ਿਆਦਾਤਰ ਗੁਰੂ ਘਰਾਂ ਦੇ ਵਿੱਚ ਰਿਹਾਇਸ਼ ਦਾ ਪ੍ਰਬੰਧ ਵੀ ਨਹੀਂ ਹੈ ਤੇ ਬੜੀ ਮੁਸ਼ਕਲ ਪੇਸ਼ ਆਉਂਦੀ ਹੈ। ਕੋਈ ਆਉਂਦਾ ਮੁਸਾਫਰ ਤੇ ਉਹਨੂੰ ਅਸੀਂ ਰਿਹਾਇਸ਼ ਨਾ ਦੇ ਸਕੀਏ, ਇਹ ਗੁਰੂ ਘਰ ਦੇ ਅਸੂਲਾਂ ਮੁਤਾਬਕ ਉਲਟ ਹੈ। ਕਿਉਂਕਿ ਸਿੱਖ ਕੌਮ ਨੇ ਵੀ ਜ਼ਿਕਰ ਕੀਤਾ, ਸਿੱਖ ਪੰਥ ਨੇ ਸਿੱਖ ਰਹਿਤ ਮਰਜ਼ਾਦਾ ਅੰਦਰ ਵੀ ਜ਼ਿਕਰ ਕੀਤਾ, ਤੇ ਜਦੋਂ ਵੀ ਕੋਈ ਵੀ ਗੁਰੂ ਘਰ ਬਣਦਾ ਹੈ ਤੇ ਉਹਦੇ ਵਿੱਚ ਇਹ ਗੱਲਾਂ ਜ਼ਰੂਰੀ ਨੇ ਕਿ ਜਿੱਥੇ ਅਸੀਂ ਨਿਸ਼ਾਨ ਸਾਹਿਬ ਗੁਰੂ ਘਰ ਦਾ ਵਧੀਆ ਗੁੰਮਦ ਬਣਾਉਂਦੇ ਹਾਂ, ਲੰਗਰ ਹਾਲ ਬਣਾਉਂਦੇ ਹਾਂ, ਹਰ ਪੱਖੋਂ ਜਿਹੜਾ ਵਾ ਉਹ ਗੁਰੂ ਘਰ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਉਹ ਰੱਖੀ ਜਾਂਦੀ ਹੈ। ਪਰ ਜਦੋਂ ਵਿਸ਼ਰਾਮ ਦੀ ਗੱਲ ਆਉਂਦੀ ਹੈ ਨਾ, ਕਮਰਿਆਂ ਦੀ ਗੱਲ ਆਉਂਦੀ ਹੈ, ਅਸੀਂ ਆਖਦੇ ਹਾਂ ਸਾਡੇ ਨਗਰ, ਸਾਡੇ ਪਿੰਡ, ਸਾਡੇ ਸ਼ਹਿਰ ਕਿਹੜਾ ਇੱਥੇ ਕੋਈ ਸ਼ਰਨਾਰਥੀ ਆਉਂਦਾ। ਸੋ ਸਿੱਖ ਪੰਥ ਨੇ ਇਹ ਫੈਸਲਾ ਕੀਤਾ ਕਿ ਹਰ ਗੁਰੂ ਘਰ ਦੇ ਵਿੱਚ ਜਿਹੜਾ ਵਾ ਸ਼ਰਨ ਵਾਸਤੇ, ਰਿਹਾਇਸ਼ ਵਾਸਤੇ ਜਿਹੜਾ ਵਾ ਉਹ ਜ਼ਰੂਰ ਪ੍ਰਬੰਧ ਹੋਣਾ ਚਾਹੀਦਾ। ਇੱਕ ਮੈਨੂੰ ਆ ਯਾਦ ਆ ਗਿਆ, ਇਸਤਰੀ ਦੀ ਪੱਤ ਰੱਖਣ ਲਈ ਇਤਿਹਾਸ ਦੇ ਵਿੱਚ ਸਾਖੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਇੱਕ ਬ੍ਰਾਹਮਣ ਆਇਆ ਨਾ, ਉਹਨੇ ਆਣ ਕੇ ਫਰਿਆਦ ਕੀਤੀ ਕਿ ਮੇਰੀ ਪਤਨੀ ਨੂੰ ਪਠਾਨ ਚੁੱਕ ਕੇ ਲੈ ਗਏ ਨੇ। ਤੇ ਵੇਖੋ, ਗੁਰੂ ਘਰ ਦਾ ਇਹ ਅਸੂਲ ਹੈ, ਇਸਤਰੀ ਦੀ ਪੱਤ ਰੱਖਣੀ। ਇਸਤਰੀ ਦੀ ਪੱਤ ਰੱਖਣ ਲਈ ਲੋਹਮਈ ਦੁਰਗ, ਭਾਵ ਜਦੋਂ ਵੀ ਕਿਸੇ ਇਸਤਰੀ ਦੇ ਉੱਤੇ ਕੋਈ ਅਤਿਆਚਾਰ ਹੁੰਦਾ ਏ, ਉਸ ਸਮੇਂ ਫਿਰ ਜਿਹੜਾ ਸਿੱਖ ਵਾ ਉਹ ਖੰਡਾ ਪਕੜ ਕੇ, ਕਿਰਪਾਨ ਪਕੜ ਕੇ ਜਿਹੜਾ ਵਾ ਉਹ ਮੈਦਾਨੇ ਜੰਗ ਵਿੱਚ ਉਤਰ ਜਾਂਦਾ, ਉਸ ਧੀ ਦੀ, ਉਸ ਭੈਣ ਦੀ ਇੱਜ਼ਤ ਪੱਤ ਰੱਖਣ ਵਾਸਤੇ। ਉੱਥੇ ਫਿਰ ਇਹ ਨਹੀਂ ਵੇਖਿਆ ਜਾਂਦਾ ਕਿ ਇਹ ਕਿਸ ਧਰਮ ਦੀ ਧੀ ਹੈ। ਉੱਥੇ ਕੇਵਲ ਇਸਤਰੀ, ਭਾਵ ਮੈਂ ਫਿਰ ਬੇਨਤੀ ਕਰਾਂ ਕਿ ਪਰ ਬੇਟੀ ਕੋ ਬੇਟੀ ਜਾਣੈ, ਪਰਾਈ ਇਸਤਰੀ ਨੂੰ, ਪਰਾਈ ਬੇਟੀ ਨੂੰ ਬੇਟੀ ਜਾਣਦਾ ਏ, ਪਰਾਈ ਇਸਤਰੀ ਨੂੰ ਮਾਂ ਕਹਿ ਕੇ ਬੁਲਾਉਂਦਾ।
ਸਿੱਖ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਬ੍ਰਾਹਮਣ ਆਇਆ, ਹੁਣ ਨਾਉਨ ਸਿੱਖ ਹੈ, ਦੂਸਰੇ ਧਰਮ ਵਿੱਚੋਂ ਹੈ। ਪਠਾਨ ਉਹਦੀ ਇਸਤਰੀ ਨੂੰ ਚੁੱਕ ਕੇ ਲੈ ਗਏ ਨੇ ਤੇ ਬਾਬਾ ਅਜੀਤ ਸਿੰਘ ਜੀ ਨੂੰ, ਵੱਡੇ ਸਾਹਿਬਜ਼ਾਦੇ, ਉਹਨਾਂ ਨੂੰ ਹੁਕਮ ਹੋਇਆ ਕਿ ਇਸ ਧੀ ਨੂੰ, ਇਸ ਮਾਂ ਨੂੰ ਛੁਡਾ ਕੇ ਲਿਆਉਣਾ। ਤੇ ਬਾਬਾ ਜੀ ਗਏ ਨੇ ਨਾਲ ਕੁਝ ਫੌਜਦਾਰ ਲੈ ਕੇ। ਉਹਨਾਂ ਪਠਾਨਾਂ ਨੂੰ ਪਹਿਲਾਂ ਜਾ ਕੇ ਆਖਿਆ, ਉਹ ਮੰਨੇ ਨਹੀਂ। ਜਦੋਂ ਨਾ ਮੰਨੇ ਤੇ ਫਿਰ ਉਹਨਾਂ ਦੇ ਨਾਲ ਦੋ ਹੱਥ ਕਰਕੇ ਭਾਵ ਜੰਗ ਲੜੀ ਤੇ ਉਸ ਧੀ ਨੂੰ ਛੁਡਾਇਆ। ਤੇ ਛੁਡਾਉਣ ਤੋਂ ਬਾਅਦ ਫਿਰ ਉਹ ਧੀ ਨੂੰ ਲਿਆ ਕੇ ਉਸ ਬ੍ਰਾਹਮਣ ਦੀ ਪਤਨੀ ਨੂੰ ਲਿਆ ਕੇ ਵਾਪਸ ਕੀਤਾ। ਇਹ ਸਿੱਖ ਕੌਮ ਦੇ ਅੰਦਰ ਸਿੱਖ ਦਾ ਕਿਰਦਾਰ ਹੈ ਤੇ ਹਰ ਗੁਰੂ ਘਰ ਦੇ ਵਿੱਚ ਇਹ ਜਿਹੜਾ ਵਾ ਫਰਜ਼ ਹੋਣਾ ਜ਼ਰੂਰੀ ਹੈ। ਸੋ ਸਮਾਂ ਲੰਘਦਾ ਜਾ ਰਿਹਾ, ਮੈਂ ਅੱਜ ਦਾ ਜਿਹੜਾ ਟੌਪਿਕ ਸ਼ੁਰੂ ਕਰਨਾ ਹੈ ਕਿ ਇਹ ਜਿਹੜਾ ਫਿਰ ਮੈਂ ਇੱਕ ਵਾਰੀ ਤੁਹਾਡੇ ਨਾਲ ਸਾਂਝਾ ਕਰਾਂ ਕਿ ਭਾਈ ਕਾਹਨ ਸਿੰਘ ਨਾਭਾ ਜੀ ਨੇ ਵਿਦਿਆਰਥੀਆਂ ਲਈ ਸਕੂਲ, ਆਤਮਿਕ ਅਭਿਆਸੀਆਂ ਲਈ ਗਿਆਨ ਉਪਦੇਸ਼ਕ, ਰੋਗੀਆਂ ਲਈ ਦਵਾਖਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਦਾ ਵਿਸ਼ਰਾਮ ਘਰ, ਭਾਵ ਇੱਥੇ ਹਰ ਗੁਰਦੁਆਰੇ ਦੇ ਵਿੱਚ ਜਿਹੜਾ ਵਾ ਉਹ ਰਿਹਾਇਸ਼ ਹੋਣੀ ਜ਼ਰੂਰੀ ਹੈ। ਇਹ ਗੁਰਦੁਆਰੇ ਦਾ ਜਿਹੜਾ ਡੈਫੀਨੇਸ਼ਨ ਦਿੱਤੀ ਭਾਈ ਕਾਹਨ ਸਿੰਘ ਨਾਭਾ ਜੀ ਨੇ। ਸੋ ਹੁਣ ਮੈਂ ਅੱਗੇ ਜਿਹੜੀ ਹੈ ਸਿੱਖ ਰਹਿਤ ਮਰਜ਼ਾਦਾ ਦੇ ਅਨੁਸਾਰ ਜਿਹੜਾ ਸਾਡੇ ਕੋਲ ਮੌਜੂਦ ਹੈ, ਕਿਉਂਕਿ ਮੈਂ ਇੱਕ ਇੱਕ ਸ਼ਬਦ ਜਿਹੜਾ ਵਾ ਤੁਹਾਡੇ ਸਾਹਮਣੇ ਰੱਖਣਾ। ਮੇਰੇ ਕੋਲ ਸਿੱਖ ਰਹਿਤ ਮਰਜ਼ਾਦਾ ਹੈ, ਜ਼ਰੂਰ ਹਰ ਘਰ ਦੇ ਵਿੱਚ ਇਹ ਹੋਣੀ ਚਾਹੀਦੀ ਹੈ। ਮੈਂ ਇਹ ਤੁਹਾਨੂੰ ਵਿਖਾਵਾਂਗਾ ਸਕਰੀਨ ਉੱਤੇ। ਹਾਂਜੀ, ਇਹ ਸਿੱਖ ਰਹਿਤ ਮਰਜ਼ਾਦਾ ਜਿਹੜੀ ਹੈ, ਸਿੱਖ ਰਹਿਤ ਮਰਜ਼ਾਦਾ ਦੀ ਕਾਪੀ ਹੈ, ਜਿਹਦੇ ਵਿੱਚ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਇਹ ਛਪੀ ਹੋਈ ਹੈ। ਇਹ ਮਾਨਤਾ ਪ੍ਰਾਪਤ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ। ਇਹਦੇ ਵਿੱਚੋਂ ਮੈਂ ਇੱਕ ਇੱਕ ਟੌਪਿਕ ਜਿਹੜਾ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਕਿ ਗੁਰਬਾਣੀ ਦਾ ਅਸਰ ਸਾਧ ਸੰਗਤ 'ਚ ਬੈਠਿਆਂ ਵਧੇਰੇ ਹੁੰਦਾ। ਫਿਰ ਮੈਂ ਬੇਨਤੀ ਕਰਾਂ, ਜਿਹੜਾ ਮੈਂ ਆਰੰਭ ਵਿੱਚ ਹੀ ਗੱਲ ਕੀਤੀ ਸੀ ਕਿ ਗੁਰਬਾਣੀ ਦਾ ਜਿਹੜਾ ਅਸਰ ਹੈ ਸਾਧ ਸੰਗਤ, ਚੰਗੀ ਸੰਗਤ, ਸਤਿਪੁਰਖਾਂ ਦੀ ਸੰਗਤ, ਜਿੱਥੇ ਕੇਵਲ ਪ੍ਰਮਾਤਮਾ ਦਾ ਨਾਮ, ਪ੍ਰਮਾਤਮਾ ਦੀ ਵਡਿਆਈ ਹੁੰਦੀ ਹੈ, ਕੇਵਲ ਉਹੀ। ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ ਮੇਲ ਦੇ ਅਸਥਾਨਾਂ, ਗੁਰਦੁਆਰਿਆਂ ਦੇ ਦਰਸ਼ਨ ਕਰੇ। ਵੇਖੋ ਇੱਥੇ ਫਿਰ ਜ਼ਰੂਰੀ ਆ ਗਿਆ ਕਿ ਕਹਿੰਦੇ ਕਿ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਜ਼ਰੂਰੀ ਨੇ, ਇਤਿਹਾਸਕ ਸਥਾਨਾਂ ਤੇ ਜਾਣਾ ਜ਼ਰੂਰੀ ਹੈ, ਜਾਂ ਗੁਰੂ ਘਰਾਂ ਵਿੱਚ ਜਾਣਾ ਜ਼ਰੂਰੀ ਹੈ। ਜਦੋਂ ਸਾਡੇ ਕੋਲ ਘਰੇ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਵੇ। ਸਿੱਖ ਪੰਥ ਨੇ ਇਹ ਤਾਕੀਦ ਕੀਤੀ ਹੈ ਕਿ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਹੋਣਾ ਬਹੁਤ ਜ਼ਰੂਰੀ ਹੈ, ਉਚਿਤ ਹੈ। ਅੱਗੇ ਆਏਗਾ ਇਹ ਟੌਪਿਕ ਕਿ ਹਰ ਸਿੱਖ ਦੇ ਘਰ ਵਿੱਚ ਇੱਕ ਵੱਖਰਾ ਕਮਰਾ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਸਤੇ ਰੱਖਿਆ ਹੋਣਾ ਚਾਹੀਦਾ। ਜੇ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਅਸੀਂ ਪ੍ਰਕਾਸ਼ਮਾਨ ਕਰ ਸਕਦੇ ਤੇ ਅਸੀਂ ਘੱਟੋ ਘੱਟ ਉਸ ਕਮਰੇ ਵਿੱਚ ਗੁਰਬਾਣੀ ਦੀਆਂ ਪੋਥੀਆਂ, ਗੁਰਮਤਿ ਦੇ ਅਨੁਕੂਲ ਜਿਹੜੀਆਂ ਧਾਰਮਿਕ ਪੁਸਤਕਾਂ, ਉਹਨਾਂ ਨੂੰ ਪੜ੍ਹਨ ਵਾਸਤੇ ਰੱਖ ਸਕਦੇ ਹਾਂ। ਇਸ ਕਰਕੇ ਇੱਥੇ ਉਚੇਚੇ ਤੌਰ ਤੇ ਲਿਖਿਆ ਹੈ ਕਿ ਸੰਗਤ ਵਿੱਚ ਜਿਹੜਾ ਵਾ ਸਾਧ ਸੰਗਤ ਵਿੱਚ ਵਧੇਰੇ ਅਸਰ ਹੁੰਦਾ ਹੈ। ਇਸ ਲਈ ਇਸ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ ਮੇਲ ਦੇ ਸਥਾਨਾਂ, ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ। ਇਹ ਪਹਿਲਾ ਨੰਬਰ ਹੈ। ਦੂਸਰਾ ਕੀ ਆ ਗਿਆ ਕਿ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾ ਪ੍ਰਤੀ ਹੋਵੇ। ਹੁਣ ਕਈ ਸਵਾਲ ਕਰਦੇ ਨੇ ਆਣ ਕੇ ਗ੍ਰੰਥੀ ਸਿੰਘ ਨੂੰ ਕਿਸ ਤਰ੍ਹਾਂ ਹੋਣਾ ਚਾਹੀਦਾ, ਤੇ ਕੇਵਲ ਗ੍ਰੰਥੀ ਸਿੰਘ ਨਹੀਂ, ਸਮੁੱਚੀ ਸਿੱਖ ਕੌਮ ਜਿਹੜੀ ਹੈ ਉਹ ਇਹ ਜਾਣੂ ਹੋਣੀ ਚਾਹੀਦੀ ਹੈ ਕਿ ਗੁਰੂ ਘਰ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਹੈ। ਬਿਨਾਂ ਖਾਸ ਕਾਰਨ ਦੇ ਜਦ ਇਸ ਪ੍ਰਕਾਸ਼ ਜਾਰੀ ਰੱਖਣ ਦੀ ਲੋੜ ਹੋਵੇ, ਰਾਤ ਨੂੰ ਪ੍ਰਕਾਸ਼ ਨਾ ਰਹੇ, ਭਾਵ ਜ਼ਰੂਰਤ ਹੋਵੇ ਤੇ ਰਾਤ ਨੂੰ ਪ੍ਰਕਾਸ਼ ਅਸੀਂ ਕਰ ਸਕਦੇ। ਜਿੱਦਾਂ ਕੋਈ ਗੁਰਮਤਿ ਸਮਾਗਮ ਹੈ, ਸਮਾਗਮ ਚੱਲ ਰਿਹਾ ਤੇ ਰਾਤ ਪ੍ਰਕਾਸ਼ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦਾ। ਪਰ ਜੇ ਲੋੜ ਨਹੀਂ ਹੈ, ਜਿੱਦਾਂ ਅਸੀਂ 8-9 ਵਜੇ ਤੋਂ ਬਾਅਦ ਗੁਰੂ ਘਰਾਂ ਦੇ ਵਿੱਚ ਆਉਣਾ ਬੰਦ ਕਰ ਦਿੰਦੇ ਹਾਂ,
ਤੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਕੇ ਗੁਰੂ ਮਹਾਰਾਜ ਦਾ ਸਰੂਪ ਸੰਤੋਖ ਕੇ ਤੇ ਸੁੱਖ ਆਸਣ ਸਥਾਨ ਤੇ ਜਿਹੜਾ ਉਹ ਪਹੁੰਚਾ ਦੇਣਾ ਚਾਹੀਦਾ ਹੈ। ਆਮ ਤੌਰ ਤੇ ਰਹਿਰਾਸ ਦੇ ਪਾਠ ਮਗਰੋਂ ਸੁੱਖ ਆਸਣ ਕੀਤਾ ਜਾਵੇ। ਜਦ ਤੱਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ ਜਾਂ ਬੇਅਦਬੀ ਦਾ ਖਤਰਾ ਨਾ ਹੋਵੇ, ਤਦ ਤੱਕ ਪ੍ਰਕਾਸ਼ ਰਹੇ। ਫਿਰ ਇਹ ਧਿਆਨ ਦੇਣ ਜੋ ਗੱਲ ਹੈ ਕਿ ਜਦ ਤੱਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ ਜਾਂ ਬੇਅਦਬੀ ਦਾ ਖਤਰਾ ਨਾ ਹੋਵੇ, ਤਦ ਤੱਕ ਪ੍ਰਕਾਸ਼ ਰਹੇ। ਉਪਰੰਤ ਸੁੱਖ ਆਸਣ ਕਰ ਦੇਣਾ ਉਚਿਤ ਹੈ ਤਾਂ ਜੋ ਬੇਅਦਬੀ ਨਾ ਹੋਵੇ। ਇਹ ਨੋਟ ਕਰਨ ਜੋ ਗੱਲਾਂ ਨੇ ਕਿ ਗੁਰੂ ਘਰ ਦੇ ਵਿੱਚ ਕੋਈ ਵੀ ਗੁਰੂ ਦਾ ਸਿੱਖ ਆਉਂਦਾ, ਕਈ ਵਾਰ ਅਸੀਂ ਲੇਟ ਹੋ ਜਾਈਏ ਤੇ ਜਦੋਂ ਲੇਟ ਹੋ ਕੇ ਅਸੀਂ ਸਾਡੀ ਆਪਣੀ ਮਜਬੂਰੀ ਹੁੰਦੀ ਹੈ, ਗੁਰੂ ਘਰ ਦੇ ਵਿੱਚ ਸੁੱਖ ਆਸਣ ਕਰ ਦਿੱਤਾ ਜਾਂਦਾ, ਅਸੀਂ ਆਣ ਕੇ ਗੁਰੂ ਘਰ ਦੇ ਵਜ਼ੀਰ ਨੂੰ, ਗੁਰੂ ਘਰ ਦੇ ਗ੍ਰੰਥੀ ਨੂੰ ਜਿਹੜਾ ਉਹ ਝਿੜਕਦੇ ਆ ਕਿ ਭਾਈ ਤੈਨੂੰ ਨਹੀਂ ਪਤਾ ਸੰਗਤ ਨੇ ਆਉਣਾ। ਪਰ ਇੱਕ ਦੇ ਆਉਣ ਨਾਲ ਜਾਂ ਦੋ ਦੇ ਆਉਣ ਦੇ ਨਾਲ ਨਹੀਂ, ਅਸੀਂ ਇਹ ਵੇਖਣਾ ਕਿ ਜਦੋਂ ਸਮਾਂ ਉਚਿਤ ਹੋਵੇ ਉਦੋਂ ਹੀ ਪ੍ਰਕਾਸ਼ ਕਰਨਾ ਹੈ। ਜੇ ਉਸ ਅਸਥਾਨ ਦੇ ਉੱਤੇ ਪੂਰੀ ਹਿਫਾਜ਼ਤ ਹੋਵੇ, ਕੋਈ ਖਤਰਾ ਨਾ ਹੋਵੇ, ਕਿਸੇ ਪ੍ਰਕਾਰ ਦੀ ਕੋਈ ਗੱਲ ਨਾ ਹੋਵੇ, ਉਦੋਂ ਹੀ ਪ੍ਰਕਾਸ਼ ਕਰਨਾ ਹੈ। ਹੁਣ ਅਗਲੇ ਪੇਜ ਤੇ ਅਸੀਂ ਜਾਵਾਂਗੇ, ਇਹਦੇ ਵਿੱਚ ਇਹਦਾ ਤੀਸਰਾ ਪੁਆਇੰਟ ਹੈ ਈੜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ ਜਾਵੇ, ਪੜ੍ਹਿਆ ਤੇ ਸੰਤੋਖਿਆ ਜਾਵੇ। ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਥਾਨ ਸਾਫ ਸੁਥਰਾ ਹੋਵੇ, ਉੱਪਰ ਚਾਂਦਣੀ ਹੋਵੇ, ਜਿਹੜਾ ਅਸੀਂ ਚੰਦੋਆ ਸਾਹਿਬ ਲਾਉਂਦੇ ਹਾਂ। ਸਾਹਮਣੇ ਸਕਰੀਨ ਦੇ ਉੱਤੇ ਆ ਰਿਹਾ, ਜ਼ਰੂਰ ਪੜ੍ਹੋ ਜੀ। ਪ੍ਰਕਾਸ਼ ਮੰਜੀ ਸਾਹਿਬ ਤੇ ਸਾਫ ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਹੁਣ ਇੱਥੇ ਇੱਕ ਧਿਆਨ ਦੇਣ ਜੋ ਗੱਲ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜ਼ਿਆਦਾਤਰ ਅਸੀਂ ਜਿਹੜੀਆਂ ਨੇ ਉਹ ਪਾਲਕੀਆਂ ਬਣਾਈਆਂ ਨੇ, ਤੇ ਪਾਲਕੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਦੇ ਉੱਤੇ ਹੀ ਲੈ ਕੇ ਜਾਂਦੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਉੱਚ ਦੇ ਪੀਰ ਬਣਾ ਕੇ ਖੜਿਆ ਗਿਆ, ਉਹ ਵੀ ਪਾਲਕੀ ਵਿੱਚ ਬਿਠਾਇਆ ਗਿਆ ਸੀ। ਗੁਰੂ ਸਾਹਿਬਾਨ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲਿਜਾਣ ਵਾਸਤੇ ਪਾਲਕੀ ਦੀ ਵਰਤੋਂ ਹੁੰਦੀ ਹੈ, ਪਰ ਜਦੋਂ ਪ੍ਰਕਾਸ਼ ਕਰਨਾ ਹੈ ਉਦੋਂ ਮੰਜੀ ਭਾਵ ਉਹ ਜਿਸ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੋਵੇ, ਉਹ ਪੀੜਾ, ਜਿਹਨੂੰ ਅਸੀਂ ਪੀੜਾ ਕਹਿ ਦਿੰਦੇ ਹਾਂ, ਪੁਰਾਣੇ ਸਮੇਂ ਵਿੱਚ ਉਹਨੂੰ ਮੰਜੀ ਕਹਿੰਦੇ ਸੀ। ਉਸ ਪੀੜੇ ਦੇ ਉੱਤੇ ਸਾਫ ਸੁਥਰੇ ਜਿਹੜੇ ਉਹ ਵਸਤਰ ਵਿਛਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ ਗਦੇਲੇ ਆਦਿ ਸਮਾਨ ਵਰਤਣੇ ਜਾਣ ਅਤੇ ਉੱਪਰ ਸ੍ਰੀ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ ਹੋਵੇ ਤਾਂ ਰੁਮਾਲ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਵੀ ਚਾਹੀਏ। ਇਹ ਚੀਜ਼ਾਂ ਜ਼ਰੂਰਤ ਨੇ। ਅੱਗੇ ਹੈ ਸੱਸਾ। ਉੱਪਰ ਦੱਸੇ ਸਮਾਨ ਤੋਂ ਇਲਾਵਾ, ਹੁਣ ਇਹ ਸੰਗਤ ਦੇ ਰੂਪ ਵਿੱਚ ਆ। ਹੁਣ ਭਾਈ ਨੇ ਕੁਛ ਨਹੀਂ ਕਰਨਾ, ਭਾਈ ਤੇ ਵਿਚਾਰਾ ਆਖਦਾ ਗੁਰੂ ਘਰ ਦਾ ਵਜ਼ੀਰ, ਗੁਰੂ ਘਰ ਦਾ ਵਜ਼ੀਰ ਤੇ ਇਹ ਆਖਦਾ ਭਾਈ ਆਹ ਚੀਜ਼ਾਂ ਨਹੀਂ ਚਾਹੀਦੀਆਂ, ਪਰ ਅਸੀਂ ਧੱਕੇ ਨਾਲ ਲੈ ਕੇ ਆਉਂਦੇ ਹਾਂ ਕਿ ਭਾਈ ਸਾਡੇ ਤੇ ਬਜ਼ੁਰਗ ਕਰਦੇ ਰਹੇ ਨੇ, ਸਾਡੇ ਤੇ ਵੱਡੇ ਇਸ ਤਰ੍ਹਾਂ ਹੀ ਕਰਦੇ ਆਏ ਨੇ। ਪਰ ਸਿੱਖ ਪੰਥ ਨੇ ਇਹ ਸਾਹਮਣੇ ਪੇਸ਼ ਕਰ ਦਿੱਤਾ ਕਿ ਭਾਈ ਜਦੋਂ ਵੀ ਗੁਰੂ ਘਰ ਜਾਣਾ ਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ, ਉਸ ਸਮੇਂ ਉੱਪਰ ਦੱਸੇ ਸਮਾਨ ਤੋਂ ਇਲਾਵਾ ਧੂਪ, ਜਿਹੜੀ ਧੂਪ ਆਪਾਂ ਵਰਤਦੇ ਹਾਂ, ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟਲ ਖੜਕਾਉਣੇ ਆਦਿ ਕਰਮ ਗੁਰਮਤ ਅਨੁਸਾਰ ਨਹੀਂ। ਹਾਂ, ਸਥਾਨਪੁਰ ਸੁਗੰਧਿਤ ਕਰਨ ਲਈ, ਜਿਸ ਗੁਰੂ ਘਰ ਨੂੰ ਸੁਗੰਧਿਤ ਕਰਨਾ, ਜਿੱਥੇ ਪ੍ਰਕਾਸ਼ ਹੋਵੇ, ਉਸ ਸਥਾਨ ਦੇ ਉੱਤੇ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ।
ਜਿੱਦਾਂ ਆਪਾਂ ਅੱਜ ਦੇ ਸਮੇਂ ਵਿੱਚ ਪਰਫਿਊਮ ਵਰਤ ਲੈਂਦੇ ਹਾਂ। ਇਸ ਲਈ ਸਿੱਖ ਪੰਥ ਨੇ ਜ਼ਿਕਰ ਕੀਤਾ ਕਿ ਇਹਦੇ ਨਾਲ ਹੀ ਕਿ ਕਮਰੇ ਅੰਦਰ ਰੋਸ਼ਨੀ ਲਈ ਤੇਲ, ਘੀ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ। ਇਹੋ ਹੀ ਨਹੀਂ ਕਿ ਅਸੀਂ ਇਕੱਲੀ ਜੋਤ ਹੀ ਜਗਾਉਣੀ ਆ, ਇਹ ਜ਼ਰੂਰੀ ਹੈ। ਇੱਥੇ ਸਿੱਧ ਕੀਤਾ ਕਿ ਇਹਨਾਂ ਰੋਸ਼ਨੀ ਵਾਸਤੇ ਜਿਹੜਾ ਸੀ ਇਹ ਸਾਰਾ ਕੁਝ ਹੋਣਾ ਚਾਹੀਦਾ। ਉਸ ਤੋਂ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਤੁਲ ਭਾਵ ਉਹਦੇ ਬਰਾਬਰ, ਅਸੀਂ ਇੱਥੇ ਸ਼ਬਦ ਵਾਕਰ ਆਇਆ ਵਾ, ਉਹਦੇ ਬਰਾਬਰ ਕਿਸੇ ਪੁਸਤਕ ਨੂੰ ਸਥਾਪਨ ਨਹੀਂ ਕਰਨਾ। ਭਾਵ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਵਾ ਪ੍ਰਕਾਸ਼ਮਾਨ ਹੋਵੇ, ਉੱਥੇ ਹੋਰ ਕਿਸੇ ਪੁਸਤਕ ਦਾ ਜਿਹੜਾ ਉਹ ਪ੍ਰਕਾਸ਼ ਨਹੀਂ ਹੋ ਸਕਦਾ। ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ। ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਕਈ ਅਸੀਂ ਤਿਉਹਾਰ ਜਿਹੜੇ ਗੁਰੂ ਘਰਾਂ ਵਿੱਚ ਅਨਮਤ ਵਾਲੇ ਜਿਹੜੇ ਉਹ ਮਨਾਉਣੇ ਸ਼ੁਰੂ ਕਰ ਦਿੱਤੇ ਨੇ, ਪਰ ਸਿੱਖ ਪੰਥ ਨੇ ਜਿਹੜਾ ਵਾ ਉਹ ਜ਼ਿਕਰ ਕੀਤਾ। ਇਹ ਵੀਰ ਜੀ ਕੋਈ ਨਾ, ਹਾਂਜੀ ਠੀਕ ਹੈ, ਕੋਈ ਵੀਰ ਜਿਹੜਾ ਵਾ ਉਹ ਸਾਹਮਣੇ ਸਕਰੀਨ ਦੇ ਉੱਤੇ ਨਾ ਉਹ ਪੈਨਸਲ ਦੇ ਨਾਲ ਜਿਹੜਾ ਵਾ ਉਹਦੇ ਉੱਤੇ ਲੀਕਾਂ ਮਾਰ ਰਿਹਾ ਵਾ, ਤੇ ਬੇਨਤੀ ਹੈ ਕਿ ਛੇੜਖਾਨੀ ਨਾ ਕੀਤੀ ਜਾਵੇ। ਸਾਹਮਣੇ ਜਿਹੜੀ ਸਕਰੀਨ ਆ ਰਹੀ ਹੈ ਉਹ ਸਿੱਖ ਜਿਹੜੇ ਨੇ ਉਹ ਵੀਰ ਮੇਰੇ ਜਿਹੜੇ ਨੇ ਪੜ੍ਹ ਰਹੇ ਨੇ। ਸੋ ਸਿੱਖ ਪੰਥ ਨੇ ਜ਼ਿਕਰ ਕੀਤਾ ਕਿ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ। ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹੋਰ ਕਿਸੇ ਮਤ ਦਾ ਤਿਉਹਾਰ ਅਸੀਂ ਗੁਰੂ ਘਰ ਦੇ ਵਿੱਚ ਨਹੀਂ ਮਨਾ ਸਕਦੇ। ਹਾਂ, ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ। ਹੁਣ ਕਈ ਵਾਰ ਰੌਲਾ ਪੈਂਦਾ ਕਿ ਭਾਈ ਸਾਡਾ ਪ੍ਰਚਾਰਕ ਦੇ ਦੂਸਰੇ ਧਰਮ ਦੇ ਜਦੋਂ ਵੀ ਪ੍ਰੋਗਰਾਮ ਆ ਉਹਦੇ ਵਿੱਚ ਜਾ ਕੇ ਬੋਲਦਾ ਪਿਆ ਜੀ। ਇੱਥੇ ਇਹ ਜ਼ਿਕਰ ਕੀਤਾ ਹੈ ਕਿ ਜਦੋਂ ਕਿਸੇ ਮੌਕੇ ਜਾਂ ਇਕੱਤਰਤਾ ਨੂੰ ਕੋਈ ਮੌਕਾ ਹੋਵੇ ਜਾਂ ਇਕੱਤਰਤਾ ਹੋਵੇ, ਜਦੋਂ ਆਪਾਂ ਮੰਨ ਲਓ ਸਾਡੇ ਬੜੌਦੇ ਸ਼ਹਿਰ ਵਿੱਚ ਹੀ ਕਿਸੇ ਪਾਰਟੀ ਹਾਲ ਵਿੱਚ ਕੋਈ ਵਿਸ਼ੇਸ਼ ਸਮਾਗਮ ਰੱਖਿਆ ਹੋਵੇ, ਕੋਈ ਸੈਮੀਨਾਰ ਰੱਖਿਆ ਹੋਵੇ, ਉੱਥੇ ਜਾ ਕੇ ਜਿਹੜਾ ਪ੍ਰਚਾਰ ਕਰਨਾ ਵਾ ਉਹ ਸਹੀ ਹੈ। ਉਹਦੇ ਵਿੱਚ ਕੇਵਲ ਗੁਰਮਤਿ ਦਾ ਹੀ ਪ੍ਰਚਾਰ ਜਿਹੜਾ ਵਾ ਉਹ ਹੋਣਾ ਚਾਹੀਦਾ ਹੈ। ਇਸ ਲਈ ਇੱਥੇ ਜ਼ਿਕਰ ਖਾਸ ਕੀਤਾ ਗਿਆ ਕਿ ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ। ਉਹ ਯੋਗ ਹੈ, ਵਰਤ ਸਕਦੇ ਆਪਾਂ। ਸਾਡੇ ਮਨਾਂ ਵਿੱਚ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਾਡਾ ਕੋਈ ਪ੍ਰਚਾਰਕ, ਸਾਡਾ ਕੋਈ ਕਥਾਵਾਚਕ ਕਿਸੇ ਸੈਮੀਨਾਰ ਦੇ ਵਿੱਚ ਜਾ ਕੇ ਅਨਮਤ ਦੇ, ਦੂਸਰੇ ਧਰਮਾਂ ਦੇ ਜਾਂ ਹੋਰ ਜਿੱਥੇ ਸਾਨੂੰ ਵਿਸ਼ੇਸ਼ ਕਰਕੇ ਬੁਲਾਇਆ ਜਾਂਦਾ, ਉੱਥੇ ਜਾ ਕੇ ਜਿਹੜਾ ਜਿਸ ਤਰ੍ਹਾਂ ਸਰਬ ਧਰਮ ਸੰਮੇਲਨ ਪਿਛੇ 550 ਸਾਲਾਂ ਜਾਂ 350 ਸਾਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਸੀਂ ਉਹ ਜਦੋਂ ਮਨਾ ਕੇ ਹਟੇ ਹਾਂ ਤੇ ਸਰਬ ਧਰਮ ਸੰਮੇਲਨ ਹੋਏ, ਤੇ ਕਈਆਂ ਨੇ ਜਿਹੜਾ ਵਾ ਉਹ ਸਵਾਲ ਕੀਤੇ ਜੀ, ਸਾਡੇ ਸਿੰਘ ਸਾਹਿਬ ਜਾਂ ਸਾਡੇ ਜਿਹੜੇ ਪ੍ਰਚਾਰਕ ਕਥਾਵਾਚਕ ਜਿਹੜੇ ਨੇ ਉਹ ਦੂਸਰੇ ਧਰਮਾਂ ਦੇ, ਸਾਡੇ ਗੁਰੂ ਘਰਾਂ ਦੇ ਵਜ਼ੀਰ ਜਿਹੜੇ ਉਹ ਜਾ ਕੇ ਬੋਲਦੇ ਨੇ ਭਾਈ ਸਿੱਖ ਪੰਥ ਨੇ ਜਿਹੜਾ ਵਾ ਉਹ ਫੈਸਲਾ ਕੀਤਾ ਕਿ ਜਿਹੜਾ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਆ, ਸਰਬ ਧਰਮ ਸੰਮੇਲਨ, ਉਹਦੇ ਵਿੱਚ ਜਾ ਕੇ ਜਿਹੜਾ ਵਾ ਉਹ ਸਿੱਖ ਆਪਣੇ ਪੰਥ ਬਾਰੇ, ਆਪਣੀ ਪੰਥ ਦੀ ਚੜ੍ਹਦੀ ਕਲਾ ਬਾਰੇ, ਆਪਣੇ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਵਾ ਇਤਿਹਾਸ, ਉਹਦੇ ਬਾਰੇ ਜਿਹੜਾ ਵਾ ਉਹ ਬਿਆਨ ਕਰ ਸਕਦਾ ਹੈ। ਸੋ ਸਮਾਂ ਵੀ ਨਿਕਲਦਾ ਜਾ ਰਿਹਾ ਹੈ, ਇਸ ਲਈ ਮੈਂ ਇਸ ਤੋਂ ਅਗਲਾ ਜਿਹੜਾ ਪੁਆਇੰਟ ਆਉਣਾ ਵਾ, ਬੇਨਤੀ ਕਰਾਂਗਾ ਕਿ ਜਿਨ੍ਹਾਂ ਦੇ ਕੋਲ ਸਿੱਖ ਰਹਿਤ ਮਰਜ਼ਾਦਾ ਉਹ ਜ਼ਰੂਰ ਪੜ੍ਹ ਕੇ ਆਉਣ, ਕਿਉਂਕਿ ਅੱਜ ਅਸੀਂ ਸਮਾਂ ਥੋੜਾ ਜਿਹਾ ਦੇਣਾ ਵਾ। ਕੋਈ ਸਵਾਲ ਵੀ ਕਿਸੇ ਨੇ ਕਰਨਾ ਹੋਵੇ ਤੇ ਉਹ ਵੀ ਕਰ ਸਕਦਾ ਹੈ। ਇਹਦੇ ਵਿੱਚ ਅਗਲਾ ਜਿਹੜਾ ਪੁਆਇੰਟ ਆਉਣਾ ਵਾ, ਸਭ ਤੋਂ ਵੱਧ ਜਿਹੜਾ ਵਾ ਅਸੀਂ ਗੁਰੂ ਘਰ ਦੇ ਵਿੱਚ ਆਣ ਕੇ ਸੰਗਤ ਦੇ ਰੂਪ ਵਿੱਚ ਕਰਦੇ ਹਾਂ, ਤੇ ਇਹ ਪੁਆਇੰਟ ਜ਼ਰੂਰ ਪੜ੍ਹਨਾ ਕੱਕਾ। ਇਹਦੇ ਵਿੱਚ ਮੈਂ ਮਾੜਾ ਜਿਹਾ ਪੜਾਂਗਾ, ਇਹਦੀ ਵਿਚਾਰ ਅਸੀਂ ਕੱਲ ਕਰਾਂਗੇ।
ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜਿਆਂ ਦੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਰਿਆਂ ਵਿੱਚ ਮੂਰਤੀਆਂ ਭਾਵ ਬੁੱਤ ਬਣਾਉਣਾ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਜਿਹੜੇ ਨੇ ਇਹ ਮਨਮੱਤ ਹਨ। ਇਸ ਲਈ ਭਾਈ ਇਹ ਮੈਂ ਤਾਂ ਵਿਸ਼ੇਸ਼ ਕਰਕੇ ਇੱਕ ਗੁਰਦੁਆਰੇ ਦੇ ਵਿੱਚ ਹੈਡਿੰਗ ਦੇ ਵਿੱਚ ਆਇਆ ਏ ਤੇ ਇਹ ਜ਼ਰੂਰੀ ਹੈ ਕਿ ਸਾਡੇ ਮਨਾਂ ਅੰਦਰ ਕਈ ਵਾਰ ਸ਼ੰਕੇ ਰਹਿੰਦੇ ਨੇ ਤੇ ਅਸੀਂ ਬੜੀ ਵਾਰ ਗ੍ਰੰਥੀ ਸਾਹਿਬਾਨਾਂ ਦੇ ਨਾਲ, ਗੁਰੂ ਘਰ ਦੇ ਵਜ਼ੀਰਾਂ ਦੇ ਨਾਲ, ਪ੍ਰਬੰਧਕਾਂ ਦੇ ਨਾਲ ਝਗੜਾ ਵੀ ਕਰਦੇ ਹਾਂ ਕਿ ਇਹ ਕਿਉਂ ਨਹੀਂ ਹੁੰਦਾ ਜੀ। ਪਰ ਮੈਂ ਬੇਨਤੀ ਕਰਾਂਗਾ ਕਿ ਇਹ ਜਿਹੜਾ ਵਾ ਇਹ ਅਨਮਤ ਹੈ, ਇਹ ਸਾਰਾ ਕੁਝ ਕਰਨਾ ਮਨਮਤ ਹੈ ਤੇ ਮਨ ਦੀ ਮਤ ਜਿਹੜੀ ਆ ਮਨੁੱਖ ਨੂੰ ਇਸ ਸੰਸਾਰ ਦੇ ਵਿੱਚੋਂ ਪ੍ਰਮਾਤਮਾ ਦੇ ਨਾਲ ਵਿਛੋੜ ਦਿੰਦੀ ਹੈ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਮੈਂ ਇੱਥੇ ਸਮਾਪਤੀ ਕਰਾਂਗਾ। ਜੇ ਕਿਸੇ ਦਾ ਕੋਈ ਸਵਾਲ ਹੋਵੇ ਤੇ ਉਹ ਆਪਣਾ ਕੈਮਰਾ ਔਨ ਕਰਕੇ ਹੱਥ ਖੜਾ ਕਰੇ ਤੇ ਜਾਂ ਆਪਣਾ ਜਿਹੜਾ ਵਾ ਮਾਈਕ ਅਨਮਿਊਟ ਕਰਕੇ ਉਹ ਸਵਾਲ ਕਰ ਸਕਦਾ। ਜੇ ਕਿਸੇ ਨੇ ਸਵਾਲ ਕਰਨਾ, ਸਾਰੀ ਸੰਗਤ ਜੁੜੀ ਹੈ। ਭਾਈ ਜਸਪਾਲ ਸਿੰਘ ਜੀ ਠੀਕ ਹੈ, ਸਮਝ ਆਈ ਹੈ ਪੂਰੀ ਵੀਰ ਜੀ? ਕਿਉਂਕਿ ਅਸੀਂ ਤੁਹਾਨੂੰ ਸਾਹਮਣੇ ਦੇਖ ਰਹੇ ਹਾਂ। ਭਾਈ ਜਗਦੀਪ ਸਿੰਘ ਜੀ ਖਾਲਸਾ ਜੀ, ਭਾਈ ਮਨਜੀਤ ਸਿੰਘ ਜੀ, ਭਾਈ ਦਿਲਬਾਗ ਸਿੰਘ ਜੀ, ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕਦਾ ਸਾਹਮਣੇ ਕਿਉਂਕਿ ਕਾਫੀ ਆ। ਜੇ ਕਿਸੇ ਦਾ ਕੋਈ ਸਵਾਲ ਹੋਵੇ ਤੇ ਉਹ ਕਰ ਸਕਦਾ। ਠੀਕ ਹੈ ਵੀਰ ਜੀ, ਟਾਈਮ ਸਮਾਪਤ ਹੋਇਆ, ਆਪੇ ਘੱਟ ਹੋ ਜਾਣਾ, ਮੈਂ ਮਾਫੀ ਚਾਹਾਂਗਾ, ਸਮਾਂ ਹੀ ਉਹਨਾਂ ਕੁ ਹੁੰਦਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।